ਕਿਸਾਨੀ ਸੰਘਰਸ਼ ਦੇ ਵਿੱਚ ਹਰ ਕੋਈ ਆਪਣੇ ਤਰੀਕਿਆਂ ਦੇ ਨਾਲ ਯੋਗਦਾਨ ਪਾ ਰਿਹਾ ਹੈ। ਇਸ ਵਾਰ ਅੰਦੋਲਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਰਹੀ ਕਿ ਇਸ ਦੇ ਵਿੱਚ ਨਾ ਤਾਂ ਕੋਈ ਜਾਤ ਪਾਤ ਆਈ, ਨਾ ਉਮਰ ਦਾ ਤਕਾਜ਼ਾ ਆਇਆ। ਹਰ ਕਿਸੇ ਨੇ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਅੰਦੋਲਨ ਨੂੰ ਖੜਾ ਕੀਤਾ। ਤਾਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਅੰਦੋਲਨ ਚੱਲ ਰਿਹਾ ਹੈ। ਦਿੱਲੀ ਦੀ ਹਿੱਕ ਦੇ ਉੱਪਰ ਕਿਸਾਨ ਡਟੇ ਹੋਏ ਨੇ। ਤਾਂ ਤੁਹਾਨੂੰ ਅੱਜ ਵਿਅੰਗਮਈ ਤਰੀਕੇ ਦੇ ਨਾਲ ਬੋਲੀਆਂ ਸੁਣਾਵਾਂਗੇ ਸਰਕਾਰ ਦੇ ਖਿਲਾਫ ਅਤੇ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ। ਦੋ ਨੌਜਵਾਨ ਲੜਕੀਆਂ ਨੇ ਬੋਲੀਆਂ ਬੜੀਆਂ ਸ਼ਾਨਦਾਰ ਤਿਆਰ ਕੀਤੀਆਂ ਨੇ। ਗੱਲਬਾਤ ਕਰਾਂਗੇ ਉਹਨਾਂ ਨਾਲ ਅਤੇ ਤੁਹਾਨੂੰ ਅੱਜ ਬੋਲੀਆਂ ਸੁਣਾਵਾਂਗੇ। ਤਾਂ ਬੋਲੀਆਂ ਵੀ ਬਹੁਤ ਸ਼ਾਨਦਾਰ ਨੇ। ਮੇਰੇ ਨਾਲ ਮਨਪ੍ਰੀਤ ਕੌਰ ਜਵੰਦਾ ਨੇ, ਵਰੁਣ ਕੌਰ ਮਾਨ ਨੇ, ਇਹਨਾਂ ਨੇ ਖੁਦ ਬੋਲੀਆਂ ਲਿਖੀਆਂ ਨੇ। ਤਾਂ ਅੱਜ ਬੋਲੀਆਂ ਦੇ ਨਾਲ ਸਰਕਾਰ ਨੂੰ ਕਹਿ ਸਕਦੇ ਹਾਂ ਕਿ ਲਾਹਣਤਾਂ ਇਹ ਪਾਉਂਦੇ ਨਜ਼ਰ ਆ ਰਹੇ ਨੇ। ਤਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਬੜਾ ਚੰਗਾ ਲੱਗਦਾ ਹੈ ਜਦੋਂ ਕੋਈ ਚੰਗੀ ਚੀਜ਼ ਜਾਂ ਸਮਰਥਨ ਦੇ ਲਈ ਚੰਗੀ ਚੀਜ਼ ਕਿਸੇ ਦੇ ਹੱਕ ਦੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਮੀਡੀਆ ਕਵਰੇਜ ਕਰਦਾ ਹੈ। ਜਦੋਂ ਤੋਂ ਕਿਸਾਨ ਅੰਦੋਲਨ ਵਰੁਣ ਚੱਲ ਰਿਹਾ ਹੈ, ਇੱਥੇ ਵੀ ਮੀਡੀਆ ਡਟਿਆ ਹੋਇਆ ਬਿਨਾਂ ਕਿਸੇ ਆਪਣੀ ਕਹਿ ਸਕਦੇ ਹਾਂ ਕਿ ਮਤਲਬ ਤੋਂ, ਹਨਾ। ਤੇ ਉੱਥੇ ਵੀ ਨਿਰਸਵਾਰਥ ਸੇਵਾ ਕਰ ਰਹੇ ਨੇ। ਔਰ ਬੋਲੀਆਂ ਦੀ ਤੁਸੀਂ ਗੱਲ ਕੀਤੀ ਹੈ, ਬੋਲੀਆਂ ਜ਼ਰੂਰ ਪਾਵਾਂਗੇ। ਉਸ ਤੋਂ ਪਹਿਲਾਂ ਜੇ ਵਰੁਣ ਕੁਝ ਕਹਿਣਾ ਚਾਹੂੰਗੀ, ਤੁਸੀਂ ਸਾਡਾ ਸਵਾਗਤ ਕੀਤਾ ਹੈ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਗੋਦੀ ਮੀਡੀਆ ਦੇ ਟਾਈਮ ਤੇ ਅਜਿਹਾ ਮੀਡੀਆ ਜੋ ਲੋਕਾਂ ਤੱਕ ਸੱਚ ਲੈ ਕੇ ਜਾ ਰਿਹਾ, ਉਸ ਦੀ ਬਹੁਤ ਜ਼ਰੂਰਤ ਹੈ। ਸਾਨੂੰ ਤੁਹਾਡਾ ਹੌਸਲਾ ਹੀ ਆ। ਸਾਰੇ ਲੋਕਾਂ ਦਾ ਇੱਥੇ ਪੰਜਾਬ ਬੈਠੇ ਆ, ਬਹੁਤ ਹੌਸਲਾ ਮਿਲਦਾ, ਤਾਂ ਹੀ ਅਸੀਂ ਡਟੇ ਆ। ਤਾਂ ਬੋਲੀਆਂ ਤੋਂ ਸ਼ੁਰੂਆਤ ਕਰਦੇ ਆ। ਗੱਲਬਾਤ ਵੀ ਆਪਾਂ ਵਿੱਚੋਂ ਵਿੱਚ ਕਰੀ ਜਾਵਾਂਗੇ, ਪਰ ਬੋਲੀਆਂ ਤੋਂ ਸ਼ੁਰੂਆਤ ਕਰ ਦਿਓ। ਮੈਂ ਸੁਣ ਰਿਹਾ ਸੀ ਬਹੁਤ ਸ਼ਾਨਦਾਰ ਨੇ। ਤਾਂ ਸ਼ੁਰੂ ਕਰੋ ਜੀ ਬੋਲੀ। ਬਿਲਕੁਲ ਜੀ, ਬੋਲੀਆਂ ਅਸੀਂ ਖੁਦ ਤਿਆਰ ਕੀਤੀਆਂ ਨੇ। ਜੇ ਕੁਝ ਨਾ ਚੰਗਾ ਲੱਗੇ, ਵੈਸੇ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ। ਚੰਗੀ ਸ਼ਬਦਾਵਲੀ ਦੇ ਨਾਲ ਚੰਗੀਆਂ ਲਾਹਣਤਾਂ ਜਿਹੜੀਆਂ ਪੈਣ, ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਣਗੀਆਂ। ਜੀਤੋ ਕੁੜੀ ਦੇ ਪੈਰੀ ਝਾਂਜਰਾ ਪੱਬ ਚੱਕਿਆ ਨਾ ਜਾਵੇ। ਬਈ ਬਹਿ ਜਾ ਸਾਡੇ ਬੰਬੂ ਕਾਟ ਨਰ ਤੇ ਜਾਵੇ। ਬਈ ਬਹਿ ਜਾ ਸਾਡੇ ਬੰਬੂ ਕਾਟ ਦਿੱਲੀ ਨੂੰ ਜਾਵੇ। ਬਈ ਬਹਿ ਜਾ ਸਾਡੇ ਬੰਬੂ ਕਾਟ ਤੇ। ਸ਼ਿੰਦੋ ਕੁੜੀਏ ਲਾ ਲਿਆ ਕੀ ਕਰੇ ਤੋ ਛਾਪੇ। ਨੀਆ ਜਾਤੀਏ ਤਾਰੇ ਨੇ ਤੇ ਉੱਥੇ ਨਾਲ ਬਹਿਣਗੇ ਤੇਰੇ ਮਾਪੇ। ਨੀਆ ਜਾਤੀਏ ਤਾਰੇ ਨੇ ਤੇ ਚਲੋ ਦਿੱਲੀ ਨੂੰ ਚਲੀਏ ਹਈ ਜਮਾਲੋ। ਚਲੋ ਦਿੱਲੀ ਨੂੰ ਚਲੀਏ ਹਈ ਜਮਾਲੋ। ਜਾ ਕੇ ਮੋਦੀ ਨੂੰ ਘੇਰੀਏ ਹਈ ਜਮਾਲੋ। ਜਾ ਕੇ ਮੋਦੀ ਨੂੰ ਘੇਰੀਏ ਹਈ ਜਮਾਲੋ। ਰੈਲੀ ਟਰੈਕਟਰਾਂ ਤੇ ਫੇਰੀਏ ਹਈ ਜਮਾਲੋ। ਰੈਲੀ ਟਰੈਕਟਰਾਂ ਤੇ ਫੇਰੀਏ ਹਈ ਜਮਾਲੋ। ਸਾਰਿਆਂ ਨੂੰ ਸੱਦਾ ਏ ਚਲੋ ਦਿੱਲੀ ਨੂੰ ਚੱਲੀਏ ਹਈ ਜਮਾਲੋ। ਚਲੋ ਦਿੱਲੀ ਨੂੰ ਚੱਲੀਏ ਹਈ ਜਮਾਲੋ। ਹੁਣ ਮੋਦੀ ਸਾਹਿਬ ਨੂੰ ਬੇਨਤੀ ਵੀ ਆ, ਤੇ ਮੋਦੀ ਸਾਹਿਬ ਨੂੰ ਕਹਿ ਸਕਦੇ ਆ ਵੀ ਸਾਡਾ ਵਿਅੰਗ ਵੀ ਆ, ਹਨਾ। ਮੋਦੀ ਬਿੱਲ ਮੋੜ ਦੇ ਨਹੀਂ ਤੇ ਕੁਰਸੀ ਛੋੜ ਦੇ। ਮੋਦੀ ਬਿੱਲ ਮੋੜ ਦੇ ਨਹੀਂ ਤੇ ਕੁਰਸੀ ਛੋੜ ਦੇ। ਹੁਣ ਜਾਂ ਕੁਰਸੀ ਛੋੜੇਗਾ ਜਾਂ ਫਿਰ ਬਿੱਲ ਮੋੜੇਗਾ। ਹੁਣ ਜਾਂ ਕੁਰਸੀ ਛੋੜੇਗਾ ਜਾਂ ਫਿਰ ਬਿੱਲ ਮੋੜੇਗਾ। ਮੋਦੀ ਸਾਹਮਣੇ ਤੇ ਆ ਵੇ ਅੰਦਰ ਕੀ ਬਣਾਉਂਦਾ ਏ। ਵੇ ਤੂੰ ਸਾਹਮਣੇ ਤੇ ਆ ਵੇ ਅੰਦਰ ਕਿਹੜੀ ਚਾਹ ਬਣਾਉਣਾ ਏ। ਵੇ ਅੰਦਰ ਕੀ ਬਣਾਉਂਦਾ ਏ। ਬਿੱਲਾਂ ਨੂੰ ਸੌਦਾ ਲਾਉਣਾ ਏ। ਬਿੱਲਾਂ ਨੂੰ ਸੌਦਾ ਲਾਉਣਾ ਏ ਕਿ ਸੱਚੀ ਚਾਹ ਬਣਾਉਣਾ ਏ। ਸੌਦਾ ਤੇਰਾ ਲਾਵਾਂਗੇ ਤੇ ਨਾਲੇ ਬਿੱਲ ਮੁੜਾਵਾਂਗੇ। ਸੌਦਾ ਤੇਰਾ ਲਾਵਾਂਗੇ ਤੇ ਨਾਲੇ ਬਿੱਲ ਮੁੜਾਵਾਂਗੇ। ਅਮਾਨੀ ਡਾਨੀ ਦੇ ਢਿੱਡ ਵਿੱਚ ਆਲਾ ਵੇ ਮੋਦੀ ਕਰਨਾ ਕਾਲਾ ਮਾਲਾ। ਹੇ ਹਾਏ ਨੀ ਸੱਚੀ। ਬਿਲਕੁਲ ਅੰਬਾਨੀ ਡਾਨੀ ਦੇ ਢਿੱਡ ਵਿੱਚ ਆਲਾ ਵੇ ਤੋਮਰ ਕਰਨਾ ਕਾਲਾ ਮਾਲਾ। ਤੋਮਰ ਸਾਹਿਬ ਜਦੋਂ ਹਰ ਵਾਰੀ ਮੀਟਿੰਗ ਤੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਅੱਗੇ ਕੀਤਾ ਹੋਇਆ ਕਿਸਾਨਾਂ ਦੇ ਨਾਲ ਇੰਨੇ ਦੌਰ ਦੀ ਮੀਟਿੰਗ ਹੋ ਗਈ ਆ। ਸਾਡੇ ਮੀਡੀਆ ਨਾਲ ਤਾਂ ਗੱਲ ਨਹੀਂ ਕਰਦੇ। ਨੈਸ਼ਨਲ ਮੀਡੀਆ ਦੇ ਵਿੱਚ ਆ ਕੇ ਜਦੋਂ ਵੀ ਉਹ ਆਪਣਾ ਬਿਆਨ ਦਿੰਦੇ ਨੇ ਤਾਂ ਮਸ਼ਕਰੀ ਭਰਿਆ ਹੁੰਦਾ ਹੈ ਤੇ ਮੁਸ਼ਕੜੀਆਂ 'ਚ ਹੱਸਦੇ ਨੇ। ਇਸ ਕਰਕੇ ਅਸੀਂ ਕਹਿ ਰਹੇ ਹਾਂ ਅਮਾਨੀ ਡਾਨੀ ਦੇ ਢਿੱਡ ਵਿੱਚ ਆਲਾ ਵੇ ਤੋਮਰ ਕਰਨਾ ਕਾਲਾ ਮਾਲਾ। ਹਾਂ ਕਰਨਾ ਕਾਲਾ ਮਾਲਾ ਵੇ ਤੋਮਰ ਹੱਥ ਕੁਝ ਨਹੀਂ ਆਉਣ ਵਾਲਾ।
ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਨੀ ਭੈਣਾ ਖੱਟ ਕੇ ਲਿਆਂਦਾ ਪਰਨਾ। ਮੋਦੀ ਜ਼ੋਰ ਲਾ ਲਵੇ ਕਿਸਾਨਾਂ ਨਹੀਂ ਡਰਨਾ, ਮੋਦੀ ਜ਼ੋਰ ਲਾ ਲਵੇ ਕਿਸਾਨਾਂ ਨਹੀਂ ਡਰਨਾ, ਮੋਦੀ ਜ਼ੋਰ ਲਾ ਲਵੇ ਕਿਸਾਨਾਂ ਹੱਕ ਲੈ ਕੇ ਮੁੜਨਾ। ਸਾਹ ਵੀ ਅਸੀਂ ਨਾਲ ਦੀ ਨਾਲ ਦਵਾਈ ਜਾਣਾ ਹੈ, ਕਿਤੇ ਇਹ ਨਾ ਹੋਵੇ ਮੁੜ ਕੇ ਤੁਹਾਨੂੰ ਪਾਣੀ ਪਿਆਉਣਾ ਪੈ ਜੇ। ਤਾਂ ਬੋਲੀਆਂ ਲੰਬੀਆਂ ਨੇ ਤਾਂ ਨਾਲ ਦੀ ਨਾਲ ਵਿੱਚ ਗੱਲ ਵੀ ਕਰਨੀ ਆ। ਸਭ ਤੋਂ ਪਹਿਲਾਂ ਇਹ ਦੱਸੋ, ਦੋਵੇਂ ਜਾਣੇ ਵੈਸੇ ਦੱਸਿਓ ਕਿ ਮਨ 'ਚ ਕੀ ਆਇਆ ਕਿ ਇਹ ਬੋਲੀਆਂ ਲਿਖੀਏ, ਕਿਉਂਕਿ ਤੁਹਾਡੀਆਂ ਬੋਲੀਆਂ ਦੇ ਵਿੱਚ ਫੈਕਟ ਵੀ ਹੈਗੇ ਆ ਤਾਂ ਬੋਲੀਆਂ ਵਿਅੰਗਮਈ ਵੀ ਆ। ਮਨ 'ਚ ਕੀ ਚੱਲਿਆ ਕਿ ਇਹ ਬੋਲੀਆਂ ਲਿਖਣੀਆਂ ਚਾਹੀਦੀਆਂ? ਦੇਖੋ ਜੀ, ਮੈਂ ਓਨੈਸਟਲੀ ਦੱਸਾਂਗੀ ਕਿਉਂਕਿ ਮੈਂ ਬੜਾ ਦਿਲੋਂ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹਾਂ। ਭਾਵੇਂ ਕਈ ਵਾਰੀ ਕਿਤੇ ਨਹੀਂ ਵੀ, ਮੈਂ ਸੱਚ ਦੱਸਦੀ, ਮੈਂ ਅਜੇ ਤੱਕ ਦਿੱਲੀ ਨਹੀਂ ਗਈ, ਪਰ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਜਾ ਕੇ ਮੈਂ ਸਮਰਥਨ ਦਿੱਤਾ। ਕਿਤੇ ਦੀ ਪੋਸਟ ਪਾਤੀ, ਸਾਹਮਣੇ ਆ ਗਏ, ਕਿਤੇ ਦੀ ਨਹੀਂ ਪਾਤੀ, ਹਨਾ। ਤੇ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਕਿਸਾਨ ਯੂਨੀਅਨ ਦੇ ਮੈਂਬਰ ਨੇ, ਉਹ ਜੁੜੇ ਹੋਏ ਨੇ ਕਿਸਾਨ ਯੂਨੀਅਨ ਦੇ ਨਾਲ। ਅੱਜ ਤੋਂ 8 ਸਾਲ ਪਹਿਲਾਂ ਮਤਲਬ ਕੇਸ ਤਾਂ ਇਹਨਾਂ ਦੇ ਕੋਈ ਹੁੰਦੇ ਨਹੀਂ, ਬਣਾ ਦਿੱਤੇ ਜਾਂਦੇ ਨੇ। ਤੇ ਸਾਡੀ ਕਿਸੇ ਪੁਲਿਸ ਮੁਲਾਜ਼ਮ ਦੀ ਉੱਥੇ ਡੈਥ ਹੋ ਗਈ ਸੀ। ਪਾਪਾ ਉਹਨਾਂ ਨੇ ਧਰਨੇ ਤੇ ਜਾਣਾ ਸੀ, ਸਾਰੇ ਪ੍ਰਧਾਨ ਨੂੰ ਵਾਰਨਿੰਗ ਦਿੱਤੀ ਸੀ ਵੀ ਕੱਲ ਨੂੰ ਇੰਨੇ ਵਜੇ ਧਰਨਾ ਤੇ ਆਪਾਂ ਰੇਲ ਪਟੜੀਆਂ ਮੰਨਣੀਆਂ। ਤੇ ਕੀ ਕੀਤਾ ਵੀ ਪ੍ਰਸ਼ਾਸਨ ਦਾ, ਗਵਰਨਮੈਂਟ ਦਾ ਹੁਕਮ ਹੋ ਗਿਆ, ਪ੍ਰਸ਼ਾਸਨ ਨੇ ਪ੍ਰਧਾਨ ਘਰਾਂ 'ਚ ਚੁੱਕਣੇ ਸ਼ੁਰੂ ਕਰ ਦਿੱਤੇ। ਤੇ ਸਾਡੇ ਪਿੰਡ ਦੇ ਲਾਗਲੇ ਪਿੰਡ ਦੇ ਪ੍ਰਧਾਨ ਨੂੰ ਬਿਨਾਂ ਕਿਸੇ ਚੌਕੀਦਾਰ ਤੋਂ ਬਿਨਾਂ ਦੱਸੇ ਪੁੱਛੇ ਘਰੋਂ ਚੱਕਣ ਆ ਗਏ ਜੀ। ਜਦੋਂ ਚੱਕਣ ਆ ਗਏ ਤਾਂ ਰੌਲਾ ਪੈ ਗਿਆ, ਕਾਲਾਂ ਆ ਗਈਆਂ ਲਾਗੇ ਸਾਰੇ ਪਿੰਡਾਂ ਨੂੰ, ਪਾਪਾ ਹੁਣੀ ਚਲੇ ਗਏ। ਬਾਈ ਚਾਂਸ ਜਿਹੜੇ ਮੁਲਾਜ਼ਮ ਦੀ ਉੱਥੇ ਡੈਥ ਹੋ ਗਈ ਸੀ ਦੌੜਦਿਆਂ ਤੇ ਮਾਰਿਆ ਕੁੱਟਿਆ ਕੁਛ ਨਹੀਂ ਸੀ, ਕਿਸਾਨਾਂ ਨਾਲ ਕੋਈ ਉਹਨਾਂ ਦੀ ਝੜਪ ਨਹੀਂ ਸੀ ਹੋਈ। ਤੇ ਉਹ ਪਾਪਾ ਦੇ ਬੜੇ ਚੰਗੇ ਦੋਸਤ ਸੀਗੇ। ਪਰ ਹੋਇਆ ਕੀ, ਹੁਣ ਬਹਾਨਾ ਬਣਨਾ ਸੀ, ਉਹਨਾਂ ਦੀ ਡੈਥ ਹੋ ਗਈ। ਇਹਨਾਂ ਨੇ ਜਿੰਨੇ ਉਧਰ ਦੇ ਪ੍ਰਧਾਨ ਸੀ ਸਾਡੇ ਮਾਝੇ ਏਰੀਏ ਦੇ, ਚੁੱਕ ਕੇ ਅੰਦਰ ਦੇ ਦਿੱਤੇ। ਤੇ 8 ਮਹੀਨੇ ਦੇ ਲਈ ਪਾਪਾ ਹੁਣੀ ਸਾਰੇ ਜੇਲ੍ਹ 'ਚ ਰਹੇ, ਜਿਨ੍ਹਾਂ ਦਾ ਕੋਈ ਸਰਕਾਰੀ ਦੁਬਾਰੇ ਹੱਥ ਵੀ ਪੈਂਦਾ ਸੀ ਤਾਂ ਕੋਈ ਹੈਲਪ ਨਹੀਂ ਹੋਈ, ਕਿਉਂਕਿ ਜੇ ਇੱਕ ਬੰਦੇ ਦੀ ਹੈਲਪ ਹੁੰਦੀ ਤਾਂ ਬਾਕੀ ਸਾਰੇ ਬਾਹਰ ਆਉਣੇ ਸੀ। ਤੇ 8 ਮਹੀਨਿਆਂ ਦੇ ਬਾਅਦ ਜ਼ਮਾਨਤ ਹੋਈ। ਜਦੋਂ ਬਾਹਰ ਆਏ ਤਾਂ ਚਲੋ ਯੂਨੀਅਨ ਦੇ ਸਾਰੇ ਲੀਡਰ ਸੀਗੇ ਅੰਦਰ, ਬੇਸ਼ੱਕ ਉਹਨਾਂ ਨੂੰ ਕੋਈ ਕਮੀ ਨਹੀਂ ਸੀ, ਖਾਣਾ ਦਾਣਾ ਵੀ ਪਹੁੰਚਦਾ ਸੀ, ਮਿਲਦੇ ਵੀ ਸੀ। ਪਰ ਅਸੀਂ ਉਹ ਦੌਰ ਦੇਖਿਆ ਜਦੋਂ ਅਸੀਂ ਕਦੀ ਆਪਣੇ ਘਰ ਦੇ ਵਿੱਚ ਇਦਾਂ ਦਾ ਦੇਖਿਆ ਨਹੀਂ ਸੀ। ਜਦੋਂ ਅਸੀਂ ਪਾਪਾ ਨਾਲ ਮੁਲਾਕਾਤ ਕਰਨ ਗਏ ਤਾਂ ਜਿੰਨੀ ਦੂਰ ਤੁਹਾਡਾ ਕੈਮਰਾਮੈਨ ਖੜਾ ਹੈ ਔਰ ਇੰਨੀ ਵਿੱਥ ਤੇ ਸਾਡੀ ਕਮਿਊਨੀਕੇਸ਼ਨ ਹੁੰਦੀ ਸੀ, ਅਸੀਂ ਕਮਿਊਨੀਕੇਟ ਕਰਦੇ ਸੀ। ਵੱਡੀਆਂ ਸੀਖਾਂ ਲੱਗੀਆਂ ਸੀ, ਅੰਦਰ ਜਾਲੀਆਂ ਲੱਗੀਆਂ ਸੀ। ਤੇ ਇੱਕਦਮ ਜਦੋਂ ਅਸੀਂ ਵੀ ਉਹਨਾਂ ਨੂੰ ਦੇਖਿਆ ਤੇ ਸਾਡਾ ਜੇਰਾ ਨਹੀਂ ਸੀ ਪੈ ਰਿਹਾ ਸੀ ਗੱਲ ਕਿੱਦਾਂ ਕਰੀਏ। ਤੇ ਜਿਹਦਾ ਪਾਪਾ ਨੇ ਵੀ ਬੱਚੇ ਪਹਿਲੀ ਵਾਰੀ ਦੇਖੇ ਸੀ, ਉਹ ਵੀ ਕਦੀ ਜੇਲ੍ਹ ਤਾਂ ਨਹੀਂ ਸੀ ਗਏ, ਪਰ ਅੱਗੇ ਹੋ ਕੇ ਕੰਮ ਕਰਦੇ ਸੀ ਜਿੱਦਾਂ ਆਗੂ ਕਰਦੇ ਨੇ। ਤਾਂ ਹੁਣ ਵੀ ਜਦੋਂ ਸੰਘਰਸ਼ ਚੱਲ ਰਿਹਾ ਏ ਤਾਂ ਉਹ ਆਪਣੇ ਦਿੱਲੀ ਵੀ ਜਦੋਂ ਉਹਨਾਂ ਦਾ ਟਾਈਮ ਲੱਗਦਾ ਉੱਥੇ ਵੀ ਜਾਂਦੇ ਨੇ। ਇੱਥੇ ਬੈਠੇ ਵੀ ਉਹ ਲਗਾਤਾਰ ਜਿਵੇਂ ਉਹਨਾਂ ਦੀਆਂ ਉੱਪਰੋਂ ਆਗੂ ਡਿਊਟੀਆਂ ਲਾਉਂਦੇ ਨੇ ਤਾਂ ਲਗਾਤਾਰ ਧਰਨੇ ਦਿੰਦੇ ਨੇ। ਜਦੋਂ ਪਾਪਾ ਜੇਲ੍ਹ 'ਚ ਸੀ ਤੇ ਮੇਰੇ ਦਾਦੀ ਜੀ ਬਹੁਤ ਬਜ਼ੁਰਗ ਸੀ, ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਸੀ ਵੀ ਮੇਰੇ ਪਿੱਛੋਂ ਮਾਂ ਸਹੀ ਸਲਾਮਤ ਰਵੇ, 100 ਸਾਲ ਦੇ ਸੀ, ਇਹਨਾਂ ਨੂੰ ਕੁਛ ਨਾ ਹੋ ਜੇ। ਪਾਪਾ ਜੇਲ੍ਹ 'ਚ ਸੀ ਤਾਂ ਉਹਨਾਂ ਦੀ ਕੱਲੀ ਭੈਣ ਦੋਤੇ ਦੀ ਡੈਥ ਹੋ ਗਈ ਤੇ ਜ਼ਮਾਨਤ ਨਾ ਮਿਲੇ, ਸੰਸਕਾਰ ਤੇ ਆਉਣ ਦਾ ਟਾਈਮ ਨਾ ਮਿਲਿਆ। ਫਿਰ ਇੱਕ ਦਿਨ ਉਹਨਾਂ ਦੀ ਤਰੀਕ ਸੀ ਤੇ ਬਾਈ ਚਾਂਸ ਸੀ ਉਦੋਂ, ਆਈ ਥਿੰਕ ਪਤਾ ਨਹੀਂ ਭੋਗ ਸੀਗਾ, ਤੇ ਪਾਪਾ ਬੇਟਾਈਮੇ ਆਏ ਤੇ ਇਦਾਂ ਹੱਥ ਘੜੀਆਂ ਲੱਗੀਆਂ ਹੋਈਆਂ, ਨਾਲ ਪੁਲਿਸ ਹਨਾ, ਤੇ ਆਪਣਾ ਜੋ ਵੀ ਆ ਦਾਦੀ ਉਹਨਾਂ ਦੇ ਮੱਥੇ ਲਾ ਕੇ ਗਏ। ਤਾਂ ਅਸੀਂ ਉਹ ਦੌਰ ਦੇਖਿਆ ਹੋਇਆ ਕਿ ਕੋਈ ਵੀ ਜਿਹੜਾ ਚਾਹ ਨੂੰ ਜਾਂ ਖੁਸ਼ੀ ਨੂੰ ਧਰਨਿਆਂ ਤੇ ਨਹੀਂ ਬੈਠਦਾ। ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੀ ਫੈਮਿਲੀ, ਉਹਨਾਂ ਦੇ ਪਰਿਵਾਰ ਕਿਵੇਂ ਗੁਜ਼ਰ ਬਸਰ ਕਰਦੇ ਨੇ। ਸਾਡੇ ਫਾਦਰ ਸਾਹਿਬ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਸਾਡੀਆਂ ਫੀਸਾਂ ਦੀਆਂ ਟੈਨਸ਼ਨਾਂ ਸੀ। ਮੈਂ ਉਦੋਂ ਕਾਲਜ 'ਚ ਜਾਂਦੀ ਸੀਗੀ ਤਾਂ ਉਹ ਸਾਨੂੰ ਕਿਤੇ ਨਾ ਕਿਤੇ ਫੋਨ ਅਰੇਂਜ ਕਰਕੇ ਇਹ ਕਹਿੰਦੇ ਸੀ ਕਿ ਕੋਈ ਘਰੇ ਨਾ ਬਹਿ ਜੇ ਪੜ੍ਹਨ ਨੂੰ। ਕਿਸੇ ਨੇ +2 ਕੀਤੀ ਸੀ, ਇਹਨੂੰ ਅੱਗੇ ਕਿੱਦਾਂ ਪੜ੍ਹਾਉਣਾ ਹੈ, ਜ਼ਿੰਮੇਵਾਰੀ ਲਾਉਂਦੇ ਸੀ, ਕਿੱਥੋਂ ਪੈਸੇ ਚੱਕਣੇ, ਕੀ ਕਰਨਾ। ਮੈਨੂੰ ਲੈਪਟਾਪ ਦੀ ਲੋੜ ਸੀ ਤਾਂ ਕਿੱਦਾਂ ਪੈਸੇ ਵੀਰੇ ਤੇ ਇੱਕਦਮ ਸਾਰੀ ਜ਼ਿੰਮੇਵਾਰੀ ਆ ਗਈ। ਗੁੜਤੀ ਫਿਰ ਕਹਿ ਸਕਦੇ ਕਿ ਘਰੋਂ ਹੀ ਮਿਲੀ ਹੈ ਗੁੜਤੀ। ਤੇ ਹੁਣ ਜਦੋਂ ਉਹ ਸਮਾਂ, ਉਹ ਦੌਰ ਚੇਤੇ ਆਉਂਦਾ ਜਾਂ ਅਜੇ ਵੀ ਪਾਪਾ ਘਰੇ ਨਹੀਂ ਬੈਠੇ ਇੰਨਾ ਕੁਝ ਝੱਲਣ ਤੋਂ ਬਾਅਦ, ਤੇ ਫਿਰ ਅਸੀਂ ਤਾਂ ਉਹਨਾਂ ਦੇ ਬੱਚੇ ਆ ਹਨਾ। ਜੇ ਅਸੀਂ ਇਹ ਸਭ ਭੁੱਲ ਜਾਾਂਗੇ, ਉਹਨਾਂ ਦੀਆਂ ਦੁੱਖ ਤਕਲੀਫਾਂ ਭੁੱਲ ਜਾਾਂਗੇ, ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਦੱਸ ਸਕਦੇ ਕਿ ਪਿੱਛੇ ਕੀ ਹੋਇਆ ਸੀ, ਪਿਛੋਕੜ ਕੀ ਹੋਇਆ ਸੀ। ਇਹ ਸਾਡੇ ਲਈ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜਿਹਨੂੰ ਅਸੀਂ ਕਾਇਮ ਰੱਖਣਾ ਹੈ। ਪਤਾ ਨਹੀਂ ਕਿੰਨੀ ਵਾਰੀ ਭੀੜ ਪੈਣੀ, ਕਿਉਂਕਿ ਸਾਡੇ ਤੇ ਤਾਂ ਭੀੜਾਂ ਪੈਂਦੀਆਂ ਹੀ ਆਈਆਂ ਨੇ, ਪੰਜਾਬ ਤੇ ਭੀੜਾਂ ਪੈਂਦੀਆਂ ਹੀ ਆਈਆਂ ਨੇ। ਡਟ ਕੇ ਖੜੇ ਰਹੋਗੇ ਫਿਰ ਭਾਵੇਂ ਜਿੰਨੀਆਂ ਮਰਜ਼ੀ ਭੀੜਾਂ ਆ ਜਾਣ। ਖੜੇ ਅੱਜ ਸਾਨੂੰ ਬੜਿਆਂ ਨੇ ਰੋਕਿਆ, ਸਾਡੇ ਵੱਡੇ ਵਡੇਰਿਆਂ ਨੇ, ਕਹਿੰਦੇ ਸਰਕਾਰ ਖਿਲਾਫ ਬੋਲੀਆਂ ਨਹੀਂ ਪਾਉਣੀਆਂ ਤੇ ਸੰਮਣ ਭੇਜ ਦਿੰਦੇ ਆ ਹਰੇਕ ਕਿਸੇ ਨੂੰ। ਤੁਸੀਂ ਕਰ ਲੱਗਾ ਸੀ ਕਿਤੇ ਮੁੜ ਕੇ ਕੱਲ ਨੂੰ ਸੰਮਣ ਆ ਗਏ ਬਰੂਨ ਤਾਂ ਫੇਰ ਕੀ ਕਰੋਗੇ? ਦੇਖੋ, ਜਦੋਂ ਹੱਕ ਮੰਗਣੇ ਆ ਨਾ ਉਦੋਂ ਮੁਸੀਬਤ ਆਉਣੀ ਹੈ।
ਮਨਦੀਪ ਇਹ ਤੁਹਾਨੂੰ ਵੀ ਚੀਜ਼ ਪਤਾ ਹੈ ਕਿ ਜਦੋਂ ਜਦੋਂ ਕਿਸੇ ਨੇ ਆਵਾਜ਼ ਚੱਕੀ ਹੈ ਤੇ ਉਸ ਦੇ ਖਿਲਾਫ ਕੁਛ ਨਾ ਕੁਛ ਹੋਇਆ ਹੈ। ਜਦੋਂ ਸੱਚ ਤੇ ਝੂਠ ਦੀ ਲੜਾਈ ਹੁੰਦੀ ਹੈ, ਦੁੱਖ ਹਮੇਸ਼ਾ ਸੱਚ ਨੂੰ ਝੱਲਣਾ ਪੈਂਦਾ ਹੈ। ਅਸੀਂ ਤੇ ਕੁਛ ਵੀ ਨਹੀਂ, ਅਸੀਂ ਤੇ ਕੱਲੀਆਂ ਬੋਲੀਆਂ ਪਾ ਦਿੱਤੀਆਂ, ਕਿਸਾਨਾਂ ਦੇ ਹੱਕ ਦੀ ਗੱਲ ਕਰ ਦਿੱਤੀ। ਉਹਨਾਂ ਲੋਕਾਂ ਦੇ ਜਿਹੜੇ ਦੇਖੋ ਜਿਹੜੇ ਦਿੱਲੀ ਦੇ ਬਾਰਡਰਾਂ ਤੇ ਇੰਨੇ ਟਾਈਮ ਤੋਂ ਬੈਠੇ ਨੇ ਜਾਂ ਇਸ ਟਾਈਮ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ, ਤੁਸੀਂ ਗੱਲ ਕੀਤੀ ਸੀ ਕਿ ਬੋਲੀਆਂ ਕਿਵੇਂ ਲਿਖੀਆਂ। ਜਿਹੜਾ ਸਾਹਿਤ ਹੁੰਦਾ ਨਾ, ਕਿਸੇ ਸਮਾਜ ਦੀ ਸਿਰਜਣਾ ਹੁੰਦੀ ਹੈ। ਜਦੋਂ ਜਦੋਂ ਜਿੱਦਾਂ ਦੇ ਹਾਲਾਤ ਹੁੰਦੇ ਨੇ ਉਦਾਂ ਲਿਖਿਆ ਜਾਂਦਾ ਹੈ। ਜਦੋਂ ਖੁਸ਼ੀ ਦੀ ਗੱਲ ਆਉਂਦੀ ਹੈ, ਤੁਹਾਡਾ ਮਨ ਖੁਸ਼ੀ ਦੀਆਂ ਗੱਲਾਂ ਲਿਖਦਾ। ਜਦੋਂ ਕਿਸੇ ਦਾ ਦਿਲ ਟੁੱਟਦਾ ਹੈ, ਉਹ ਸੈਡ ਚੀਜ਼ਾਂ ਲਿਖਦਾ ਹੈ। ਜਦੋਂ ਹੁਣ ਇਸ ਵੇਲੇ ਸਾਡਾ ਸਾਰਾ ਸਮਾਜ ਇੱਕ ਇਦਾਂ ਦੀ ਚੀਜ਼ ਚੋਂ ਗੁਜ਼ਰ ਰਿਹਾ ਹੈ ਜਿੱਥੇ ਕਿੰਨੇ ਕਿਸਾਨ ਸਾਡੇ ਸ਼ਹੀਦ ਹੋ ਜਾਂਦੇ ਨੇ, ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਹੈ ਨਾ ਫਿਰ ਵੀ ਹੱਕ ਤੇ ਸੱਚ ਦੇ ਲਈ ਜਿਹੜੀ ਲੜਾਈ ਹੈ ਉਹ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਹੈ ਔਰ ਸਾਨੂੰ ਯਕੀਨ ਹੈ ਕਿ ਇਹ ਚੱਲਦੀ ਰਹੇਗੀ। ਉੱਥੇ ਫਿਰ ਤੁਹਾਡੇ ਮਨ ਚ ਆਉਂਦਾ ਹੈ ਕਿ ਕਾਸ਼ ਤੁਸੀਂ ਵੀ ਕੋਈ ਇਦਾਂ ਦੀ ਆਵਾਜ਼ ਚੱਕੋ ਜਿੱਥੇ ਤੁਸੀਂ ਜੇ ਦਿੱਲੀ ਨਹੀਂ ਜਾ ਸਕਦੇ, ਜੇ ਤੁਸੀਂ ਸਰਕਾਰ ਦੇ ਨਾਲ ਸਿੱਧਾ ਮਤਲਬ ਕਿ ਆਡਾ ਨਹੀਂ ਲੈ ਸਕਦੇ, ਤੁਹਾਨੂੰ ਕਲਮ ਦਿੱਤੀ ਗਈ ਹੈ। ਤੁਸੀਂ ਜੇ ਕਲਮ ਦੇ ਧਨੀ ਹੋ ਤਾਂ ਆਪਣੀ ਕਲਮ ਦੇ ਜ਼ਰੀਏ ਲੋਕਾਂ ਦੇ ਮਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰੋ। ਤੁਸੀਂ ਦੇਖਿਓ ਕਿ ਜਿੱਥੇ ਸਿੰਗਰ ਦੀ ਸਟੇਜ ਹੋਊਗੀ ਉੱਥੇ ਕਿੰਨੀ ਭੀੜ ਹੋਊਗੀ, ਹੈ ਨਾ। ਇਹ ਫੈਕਟ ਆ, ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹ ਸਮਾਜ ਮੰਨੇ ਚਾਹੇ ਨਾ ਮੰਨੇ, ਕਈ ਲੋਕ ਕਹਿੰਦੇ ਨੇ ਨਹੀਂ ਅਸੀਂ ਇਹਨਾਂ ਨੂੰ ਰੋਲ ਮਾਡਲ ਨਹੀਂ ਮੰਨਦੇ, ਪਰ ਅਣਗਿਣਤ ਦੁਨੀਆ ਉਹਨਾਂ ਨੂੰ ਰੋਲ ਮਾਡਲ ਮੰਨਦੀ ਹੈ ਜੋ ਗਾਉਂਦੇ ਨੇ। ਔਰ ਜਿੱਦਾਂ ਹੁਣ ਕਿਸਾਨੀ ਦੇ ਕਿੰਨੇ ਗੀਤ ਆਏ, ਕਿੰਨੇ ਲੋਕ ਪ੍ਰਭਾਵਿਤ ਹੋਏ। ਸੋ ਇਹ ਚੀਜ਼ਾਂ ਜਦੋਂ ਤੁਹਾਡੇ ਦਿਮਾਗ ਵਿੱਚ ਆਉਂਦੀਆਂ ਨੇ ਕਿ ਸਮਾਜ ਨੂੰ ਲੇਖਣੀ ਪ੍ਰਭਾਵਿਤ ਕਰਦੀ ਹੈ, ਫਿਰ ਤੁਸੀਂ ਮੱਲੋ ਮੱਲੀ ਲਿਖਦੇ ਹੋ। ਤਾਂ ਉਹ ਯੋਗਦਾਨ ਤਾਂ ਇਸ ਅੰਦੋਲਨ 'ਚ ਵੀ ਪਿਆ, ਚਾਹੇ ਗਾਇਕੀ ਨਾ ਹੋ ਜੇ, ਚਾਹੇ ਉਹ ਰਾਈਟਰਾਂ ਨੇ ਕੀਤਾ, ਜਾਂ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ, ਇਹਦਾ ਪ੍ਰਭਾਵ ਤਾਂ ਪੈਂਦਾ ਜ਼ਰੂਰ। ਤਾਂ ਮੈਂ ਜਿਵੇਂ ਕਿਹਾ ਕਿ ਇੱਕ ਨਾਲ ਦੀ ਨਾਲ ਗੱਲਾਂ ਬਾਤਾਂ, ਨਾਲ ਦੀ ਨਾਲ ਆਪਾਂ ਬੋਲੀਆਂ, ਤਾਂ ਹੁਣ ਬੋਲੀਆਂ ਸ਼ੁਰੂ ਕਰ ਲੈਣੇ, ਫਿਰ ਗੱਲਾਂ ਬਾਤਾਂ ਵੀ ਕਰਾਂਗੇ। ਬਿਲਕੁਲ, ਮੈਂ ਮਨਪ੍ਰੀਤ ਜਰਾ ਕੁ ਬੋਲੀਆਂ ਗਵਾ ਲਈਆਂ, ਹਾਂ ਲੱਭ ਗਈਆਂ। ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦੇ ਜੇਰੇ। ਕਿਉਂਕਿ ਕਿਸਾਨਾਂ ਦੇ ਕੋਲ ਬੜੇ ਵੱਡੇ ਵੱਡੇ, ਅਸੀਂ ਕਿਰਤੀ ਲੋਕ ਆ, ਬੜੇ ਵੱਡੇ ਵੱਡੇ ਜੇਰੇ ਨੇ, ਬੜੇ ਵੱਡੇ ਵੱਡੇ ਜਿਗਰੇ ਨੇ, ਸਬਰ ਸੰਤੋਖ ਦੇ ਨਾਲ ਉੱਥੇ ਬੈਠੇ ਹੋਏ ਨੇ। ਜਦੋਂ ਨਿਕਲੇ ਸੀ ਤਾਂ ਕਹਿੰਦੇ ਅਸੀਂ 6-6 ਮਹੀਨਿਆਂ ਦਾ ਰਾਸ਼ਨ ਜਿਹੜਾ ਲੈ ਕੇ ਨਿਕਲੇ, ਤੇ ਮੈਨੂੰ ਲੱਗਦਾ ਵੀ ਪਤਾ ਨਹੀਂ ਕਿੰਨੇ ਮਹੀਨੇ ਲੱਗ ਜਾਣੇ। ਜਿੱਦਾਂ ਉਹਨਾਂ ਕਿਆਰੀਆਂ ਗੋਡਲੀਆਂ ਤੇ ਸਬਜ਼ੀਆਂ ਲਾਉਣੀਆਂ ਸਟਾਰਟ ਕਰ ਦਿੱਤੀਆਂ ਨੇ, ਪੱਕੇ ਉਹਨਾਂ ਨੇ ਆਪਣੇ ਜਿਹੜੇ ਢਾਰੇ ਛੱਤ ਲਏ ਨੇ, ਟਰੈਕਟਰ ਟਰਾਲੀਆਂ ਗਰਮੀਆਂ ਜਿਹੜੇ ਡਿਵਾਈਡਰ ਸੀ ਉੱਥੇ ਧਨੀਆ ਬੀਜ ਲਿਆ, ਪਾਲਕਾਂ ਬੀਜ ਲਈਆਂ, ਹਨਾ। ਬਿਲਕੁਲ। ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦੇ ਜੇਰੇ ਅਨ ਦੇ ਦਾਤਿਆਂ ਨੇ, ਦਿੱਲੀ ਲਾਲੇ ਡੇਰੇ ਅਨ ਦੇ ਦਾਤਿਆਂ ਨੇ, ਦਿੱਲੀ ਲਾਲੇ ਡੇਰੇ ਅਨ ਦੇ ਦਾਤਿਆਂ ਨੇ, ਦਿੱਲੀ ਲਾਲੇ ਡੇਰੇ ਅਨ ਦੇ ਦਾਤਿਆਂ ਨੇ। ਕੱਢ ਲੋ ਬੀਨ ਵਜਾ ਕੇ ਮੋਦੀ ਸੱਪ ਬਣਿਆ, ਕੱਢ ਲੋ ਬੀਨ ਵਜਾ ਕੇ ਮੋਦੀ ਸੱਪ ਬਣਿਆ, ਕੱਢ ਲੋ ਬੀਨ ਵਜਾ ਕੇ ਮੋਦੀ ਸੱਪ ਬਣਿਆ। ਕਿਉਂਕਿ ਤੁਸੀਂ ਦੇਖ ਲਓ ਕੋਈ ਵੀ ਨਿੱਕੀ ਤੋਂ ਨਿੱਕੀ ਚੀਜ਼ ਹੁੰਦੀ ਹੈ ਹਨਾ। ਅਨੁਸ਼ਕਾ ਸ਼ਰਮਾ ਪ੍ਰੈਗਨੈਂਟ ਹੁੰਦੀ ਹੈ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਟਵੀਟ ਕਰ ਦਿੰਦੇ ਨੇ, ਇੰਨੇ ਕਿਸਾਨਾਂ ਦੀ ਜਾਨ ਚਲੀ ਜਾਂਦੀ ਹੈ, ਉਹਨਾਂ ਤੋਂ ਇੱਕ ਟਵੀਟ ਨਹੀਂ ਸਰਿਆ। ਸੋ ਇਹ ਬੋਲੀ ਇਸ ਕਰਕੇ ਖਾਸ ਤੌਰ ਤੇ ਲਿਖੀ ਗਈ ਹੈ। ਹਰ ਦਿਨ ਕੋਈ ਨਾ ਕੋਈ ਜਿਹੜਾ ਦਿਨ ਮਨਾਇਆ ਜਾਂਦਾ, ਕੋਈ ਡੇ ਮਨਾਇਆ ਜਾਂਦਾ, ਕੋਈ ਓਕੇਜ਼ਨ ਮਨਾਇਆ ਜਾਂਦਾ। ਸਾਡੇ ਪ੍ਰਧਾਨ ਮੰਤਰੀ ਸਾਹਿਬ ਹਨੇਰਾ ਹੋਵੇ ਸਵੇਰਾ, ਉਹਨਾਂ ਨੇ ਆਪਣਾ ਸਮਾਂ ਦੇ ਦੇਣਾ ਵੀ ਇੰਨੇ ਵਜੇ ਮਨ ਕੀ ਬਾਤ ਆਉਣੀ ਹੈ ਤੇ ਇੰਨੇ ਵਜੇ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ। ਕੀ ਗੱਲ ਕਿਸਾਨ ਕਿਰਤੀ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਉਹ ਦੇਸ਼ ਦੀ ਜਨਤਾ ਦੇ ਵਿੱਚ ਨਹੀਂ ਆਉਂਦੇ। ਇਸੇ ਕਰਕੇ ਕਹਿੰਦੇ ਆ ਕੱਢ ਲੋ ਬੀਨ ਵਜਾ ਕੇ ਮੋਦੀ ਸੱਪ ਬਣਿਆ, ਕੱਢ ਲੋ ਬੀਨ ਵਜਾ ਕੇ ਮੋਦੀ ਸੱਪ ਬਣਿਆ। ਕੋਈ ਵੇਚੇ ਸੁੰਡ ਜਵੈਣ, ਕੋਈ ਵੇਚੇ ਰਾਈ, ਕੋਈ ਵੇਚੇ ਸੁੰਡ ਜਵੈਣ, ਕੋਈ ਵੇਚੇ ਰਾਈ। ਖਬਰਦਾਰ ਰਹਿਣਾ ਜੀ ਚੌਂਕੀ ਕਿਰਤੀਆਂ ਦੀ ਆਈ, ਖਬਰਦਾਰ ਰਹਿਣਾ ਜੀ ਚੌਂਕੀ ਕਿਰਤੀਆਂ ਦੀ ਆਈ, ਖਬਰਦਾਰ ਰਹਿਣਾ ਜੀ ਚੌਂਕੀ ਕਿਰਤੀਆਂ ਦੀ ਆਈ। ਤੁਸੀਂ ਨਾਲ ਰਹਿਣਾ ਜੀ ਚੌਂਕੀ ਕਿਰਤੀਆਂ ਦੀ ਆਈ। ਅੱਜ ਮੇਰਾ ਥੋੜਾ ਗਲਾ ਖਰਾਬ ਹੋਣ ਕਰਕੇ ਮੇਰੇ ਤੋਂ ਜੋਸ਼ ਨਹੀਂ ਨਿਕਲ ਰਿਹਾ, ਪਰ ਮੇਰੇ ਦਿਲ 'ਚ ਜੋਸ਼ ਹੋਣਾ ਹੀ ਹੈ। ਤੁਹਾਡੇ ਜਜ਼ਬਾਤ ਦਿਸ ਰਹੇ ਆ ਸਾਨੂੰ, ਫਿਕਰ ਨਾ ਕਰੋ, ਮੈਨੂੰ ਲੱਗਦਾ ਲੋਕ ਵੀ ਦੇਖਣਗੇ। ਤਾਂ ਮੈਂ ਨਹੀਂ, ਅਸੀਂ ਕਹਿ ਦਾਂਗੇ ਵੀ ਅਸੀਂ ਸੁਰੀਲੇ ਕਲਾਕਾਰ ਨਹੀਂ ਆ, ਹਨਾ ਵੀ, ਪਰ ਅਸੀਂ ਯੋਗਦਾਨ ਤਾਂ ਦੇ ਰਹੇ ਹਾਂ। ਸਾਨੂੰ ਐਪਰੀਸੀਏਸ਼ਨ ਜ਼ਰੂਰ ਮਿਲੇਗੀ, ਕਿਉਂਕਿ ਜਦੋਂ ਅਸੀਂ ਲਾਸਟ ਟਾਈਮ ਵੀ ਬੋਲੀਆਂ ਪਾਈਆਂ ਸੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਜਿੰਨੀਆਂ ਨੇ ਵੀ ਸੁਣੀਆਂ। ਤੁਹਾਡੇ ਇੰਨੇ ਵਧੀਆ ਕਮੈਂਟ ਸੀਗੇ ਕਿ ਸਾਨੂੰ ਹੌਸਲਾ ਅਫਜ਼ਾਈ ਮਿਲੀ, ਕਿਉਂਕਿ ਇੱਕ ਕੁੜੀਆਂ ਜਦੋਂ ਕੋਈ ਇਦਾਂ ਦਾ ਕਦਮ ਚੁੱਕਦੀਆਂ ਤਾਂ 100 ਵਾਰੀ ਸੋਚਦੀਆਂ। ਤੁਹਾਡਾ ਇੱਕ ਮਾੜਾ ਕਮੈਂਟ ਜਿਹੜਾ ਏ ਉਹ ਕਿਤੇ ਨਾ ਕਿਤੇ ਸਾਨੂੰ ਡਾਊਨ ਵੀ ਕਰ ਸਕਦਾ, ਹਨਾ। ਘਰ ਦੇ ਦੇਖਦੇ ਨੇ ਡਾਊਨ ਹੋ ਸਕਦੇ ਨੇ, ਪਰ ਤੁਸੀਂ ਇੰਨੇ ਚੰਗੇ ਕਮੈਂਟ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮਨਦੀਪ ਤੁਸੀਂ ਦੇਖਿਆ ਹੋਣਾ ਇੱਕ ਛੋਟੀ ਜੀ ਬੱਚੀ ਆ, ਉਹ ਵੀ ਕਵਿਤਾ ਗਾ ਰਹੀ ਸੀ। ਜਾਂ ਆਪਾਂ ਹੋਰ ਵੀ ਹਰ ਰੋਜ਼ ਦੇਖਦੇ ਆ ਛੋਟੇ ਛੋਟੇ ਬੱਚੇ ਬੈਨਰ ਫੜ ਕੇ ਬੈਠੇ ਨੇ। ਦੇਖੋ ਕੀ ਸਰਕਾਰ ਨਾਲ ਲੜ ਲੈਣਗੇ, ਹਨਾ। ਉਹਨਾਂ ਦੀ ਮਾਸੂਮੀਅਤ ਹੈ, ਬੰਦਾ ਚਾਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਰਕਾਰ ਹੈ ਪਿਘਲ ਜਾਵੇ, ਕਿਉਂਕਿ ਸਰਕਾਰਾਂ ਕਿਉਂ ਬਣਦੀਆਂ
ਡੈਮੋਕ੍ਰੇਸੀਆਂ ਲਈ। ਲੋਕਤੰਤਰ ਕਿਉਂ ਹੁੰਦਾ ਹੈ? ਲੋਕਾਂ ਦੇ ਲਈ। ਹੁਣ ਤੁਹਾਡਾ ਸਟਮਕ ਨਹੀਂ ਦੁਖਦਾ ਜਾਂ ਤੁਹਾਡਾ ਸਿਰ ਨਹੀਂ ਦੁਖਦਾ, ਮੈਂ ਕਿ ਜੇ ਮੰਨੀ ਆ ਗੋਲੀ ਖਾਓ, ਖਾਓ ਹੀ ਖਾਓ। ਤੁਹਾਨੂੰ ਕੀ ਬਿਮਾਰੀ ਪਈ ਹੈ ਕਿ ਤੁਸੀਂ ਧੱਕੇ ਦੇ ਨਾਲ ਉਹ ਦਵਾਈ ਖਾਓਗੇ? ਇਹੀ ਅਸੀਂ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਤੁਸੀਂ ਕਹਿ ਰਹੇ ਹੋ ਬਿੱਲ ਸਾਡੇ ਫਾਇਦੇ ਲਈ ਨੇ, ਸਾਨੂੰ ਫਾਇਦਾ ਨਹੀਂ ਚਾਹੀਦਾ। ਅਸੀਂ ਉਸ ਚੀਜ਼ ਨੂੰ ਮੰਗ ਹੀ ਨਹੀਂ ਰਹੇ, ਤੁਸੀਂ ਜ਼ਬਰਦਸਤੀ ਦੇ ਰਹੇ ਹੋ। ਔਰ ਮੈਨੂੰ ਤਾਂ ਇਦਾਂ ਲੱਗਦਾ ਕਿ ਜਿੰਨੀ ਦੇਰ ਤੱਕ ਸਾਡੇ ਜਿਹੜੇ ਕਿਸਾਨ ਨੇ ਬਾਰਡਰਾਂ ਤੇ ਬੈਠੇ ਹੋਏ ਸਾਡੇ ਲਈ ਲੜ ਰਹੇ ਨੇ, ਉਹ ਹਨਾ, ਉਹ ਆਪਣੇ ਦੇ ਲਈ ਨਹੀਂ ਲੜ ਰਹੇ, ਉਹ ਹਰ ਇੱਕ ਇਨਸਾਨ ਦੇ ਲਈ ਲੜ ਰਹੇ ਹੈ। ਫਿਰ ਹਰ ਇੱਕ ਇਨਸਾਨ ਦਾ ਇਹ ਮੱਲੋ ਮੱਲੀ ਫਰਜ਼ ਬਣ ਜਾਂਦਾ ਹੈ ਕਿ ਜੇ ਅਸੀਂ ਸਿੱਧੇ ਨਹੀਂ ਅਸਿੱਧੇ ਤੌਰ ਤੇ ਉਹਨਾਂ ਦੀ ਹੈਲਪ ਜ਼ਰੂਰ ਕਰੀਏ। ਮੈਂ ਕਈ ਵਾਰੀ ਇਹ ਸਵਾਲ ਅਕਸਰ ਪੁੱਛਦਾ ਹੁੰਦਾ ਕਿ ਇਸ ਕਾਨੂੰਨਾਂ ਨੇ, ਇਸ ਅੰਦੋਲਨ ਨੇ ਪੋਜ਼ਿਟਿਵ ਚੀਜ਼ਾਂ ਵੀ ਬਹੁਤ ਕੀਤੀਆਂ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਛੋਟੀ ਬੱਚੀ ਕਵਿਤਾ ਗਾ ਰਹੀ ਸੀ। ਹੁਣ ਮੈਨੂੰ ਲੱਗਦਾ ਕਿ ਝੰਡੇ ਦਾ ਰੰਗ ਵੀ ਇੱਕ ਹੋ ਗਿਆ, ਤਾਂ ਕੋਈ ਪਾਰਟੀਬਾਜ਼ੀ ਵੀ ਨਹੀਂ ਰਹਿ ਗਈ, ਤਾਂ ਹੁਣ ਹਰੇ ਝੰਡੇ ਦੇ ਥੱਲੇ ਸਿਰਫ ਇੱਕ ਜਿਹੜਾ ਇੱਕ ਹੋ ਕੇ ਰਹਿ ਗਏ, ਹੁਣ ਸਿਰਫ ਕਿਸਾਨੀ ਦਾ ਰੰਗ ਦਿਸਦਾ। ਇਹ ਚੀਜ਼ ਨੂੰ ਤਾਂ ਪੋਜ਼ਿਟਿਵਿਟੀ ਮੰਨਦੇ ਹੀ ਆਪਾਂ। ਦੇਖੋ ਮਨਦੀਪ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਸਮਾਜ ਵੰਡਿਆ ਹੋਇਆ ਹੈ, ਅਸੀਂ ਉਹਨੂੰ ਧਰਮਾਂ 'ਚ ਵੰਡ ਲਈਏ, ਵਰਗਾਂ 'ਚ ਵੰਡ ਲਈਏ, ਜਾਤਾਂ 'ਚ ਵੰਡ ਲਈਏ, ਕੀ ਕਦੇ ਸੋਚਿਆ ਉਹ ਸਮਾਜ ਵੰਡਿਆ ਕਿੰਨੇ ਹੈ? ਉਹ ਸੋਚ ਪੈਦਾ ਕਿੱਥੋਂ ਹੋਈ ਹੈ? ਆਖਰ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਹੋ ਗਈਆਂ ਜਿਹਨੇ ਜ਼ਰੂਰਤ ਪਾ ਦਿੱਤੀ ਕਿ ਸਾਡੀ ਏਕਤਾ ਖਤਮ ਹੋ ਜਾਵੇ? ਇਹ ਚੀਜ਼ਾਂ ਰਾਜਨੀਤੀ ਚੋਂ ਨਿਕਲੀਆਂ ਨੇ ਜਾਂ ਸਾਡੀ ਪਿਛੜੀ ਹੋਈ ਸੋਚ ਚੋਂ ਨਿਕਲੀਆਂ ਨੇ? ਹੁਣ ਤੁਸੀਂ ਮੈਨੂੰ ਪੁੱਛ ਕੇ ਦੇਖ ਲਓ, ਮੈਨੂੰ ਨਹੀਂ ਪਤਾ ਮਨਪ੍ਰੀਤ ਕਿਸ ਜਾਤ ਤੋਂ ਹੈ, ਉਹਨੂੰ ਨਹੀਂ ਪਤਾ ਮੈਂ ਕਿਸ ਜਾਤ ਤੋਂ ਹੈ। ਅਸੀਂ ਜਦੋਂ ਮਿਲੇ ਸੀ, ਅਸੀਂ ਇੱਕ ਦੂਸਰੇ ਨੂੰ ਇਹ ਪੁੱਛ ਕੇ ਨਹੀਂ ਮਿਲੇ ਸੀਗੇ ਕਿ ਤੂੰ ਕਿਸ ਜਾਤ ਦੀ ਹੈ ਜਾਂ ਤੂੰ ਕਿਸ ਮਜ਼ਹਬ ਦੀ ਹੈ। ਅਸੀਂ ਇੱਕ ਦੂਸਰੇ ਨੂੰ ਇਨਸਾਨ ਦੇ ਤੌਰ ਤੇ ਮਿਲੇ ਸੀ, ਹੈਨਾ। ਤੇ ਜਦੋਂ ਇਹ ਚੀਜ਼ਾਂ ਹੋਈਆਂ ਨੇ, ਇਸ ਚੀਜ਼ ਨੇ ਸਮਾਂ ਇਹ ਸਾਬਤ ਕਰ ਦਿੱਤਾ ਕਿ ਅਸੀਂ ਪਹਿਲਾਂ ਵੀ ਨਹੀਂ ਵੰਡੇ ਹੋਏ ਸੀ, ਅਸੀਂ ਹੁਣ ਵੀ ਨਹੀਂ ਵੰਡੇ ਹੋਏ ਆ। ਵੰਡਣ ਵਾਲਿਆਂ ਦੇ ਮੂੰਹ ਤੇ ਕਹਿੰਦੇ ਨੇ ਕਰਾਰੀ ਚਪੇੜ ਵੱਜੀ ਹੈ ਇਸ ਚੀਜ਼ ਦੇ ਨਾਲ, ਕਿਉਂਕਿ ਵੰਡਦਾ ਬੰਦਾ ਉਦੋਂ ਹੁੰਦਾ ਹੈ ਕਿਸੇ ਨੂੰ ਜਦੋਂ ਉਸਨੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਹੋਣ, ਜਾਂ ਫਿਰ ਉਹ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਜਿਹੜਾ ਕਿ ਪਿਛੜੀ ਪੁਰਾਣੀ ਸੋਚਦਾ ਹੋਵੇ, ਜਿਨ੍ਹਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਹੈ। ਇਹ ਚੀਜ਼ਾਂ ਪੋਜ਼ਿਟਿਵ ਨਿਕਲੀਆਂ ਨੇ। ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਬਹੁਤ ਸ਼ਾਨਦਾਰ ਬੋਲੀਆਂ ਜਿਹੜੀਆਂ ਨੇ ਸਾਨੂੰ ਸੁਣਾਈਆਂ। ਤਾਂ ਜਿਹੜੇ ਲੋਕ ਵੰਡਦੇ ਸੀ, ਜਿਹੜੇ ਲੋਕ ਝੰਡਿਆਂ ਤੇ, ਜਾਤਾਂ ਤੇ, ਧਰਮਾਂ ਤੇ ਰਾਜਨੀਤੀ ਕਰਦੇ ਸੀ, ਉਹਨਾਂ ਦੇ ਮੂੰਹ ਤੇ ਤਾਂ ਇਹ ਚਪੇੜ ਇਸ ਅੰਦੋਲਨ ਨੇ ਮਾਰੀ ਹੈ। ਅੰਦੋਲਨ ਕਿੰਨਾ ਸਮਾਂ ਚੱਲਦਾ ਹੈ, ਅੰਦੋਲਨ ਦਾ ਕੀ ਨਤੀਜਾ ਨਿਕਲਦਾ ਹੈ, ਇਹ ਗੱਲਾਂ ਬਾਅਦ ਦੀਆਂ ਨੇ, ਪਰ ਇਸ ਅੰਦੋਲਨ ਨੇ ਇਸ ਸਮਾਜ ਨੂੰ ਇੱਕ ਨਵਾਂ ਆਇਨਾ ਦਿੱਤਾ ਕਿ ਉਸ ਦੇ ਵਿੱਚ ਆਪਣੇ ਆਪ ਨੂੰ ਦੇਖੋ ਅਤੇ ਇੱਕ ਹੋ ਕੇ ਰਹੋ। ਇਹ ਇੱਕ ਚੀਜ਼ ਜਿਹੜੀ ਹੈ ਪੋਜ਼ਿਟਿਵਿਟੀ ਇਸ ਅੰਦੋਲਨ ਦੀ ਨਿਕਲ ਕੇ ਸਾਹਮਣੇ ਆਈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।